ਵਿੱਚ ਮਤਲਬ ਵੀ ਕੰਮ ਕਰਦੇ ਸੀਗੇ, ਕੋਈ ਕੁਝ ਵੀ ਨਹੀਂ ਬਣਦਾ ਸੀਗਾ ਵੀ ਇੱਕ ਥਾਂ ਮਤਲਬ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ। ਕਈ ਹਾਲਾਤ ਇਹ ਜਿਹੇ ਹੁੰਦੇ ਸੀਗੇ ਵੀ ਟਾਈਮ ਦੀ ਕਈ ਜੋ ਆਪਦੀ ਰੋਟੀ ਦੇ ਵੀ ਬਹੁਤ ਔਖਾ ਹੋ ਜਾਂਦਾ ਸੀਗਾ। ਜਦੋਂ ਦਿਹਾੜੀ ਮਿਸਤਰੀਆਂ ਨਾਲ ਜਾਂਦੇ ਸੀਗੇ ਉਦੋਂ ਐਂ ਵੀ ਨਹੀਂ ਪਤਾ ਸੀਗਾ ਵੀ ਗਰਮਾਲਾ ਕੀ ਹੁੰਦਾ, ਕਰੰਡੀ ਕੀ ਹੁੰਦੀ ਹੈ। ਪਹਿਲੀ ਵਾਰ ਤਾਂ ਐਂ ਲੱਗਿਆ ਸੀਗਾ ਵੀ ਮੈਂ ਕਰ ਸਕੂੰਗੀ ਕਿ ਨਹੀਂ, ਲੇਕਿਨ ਉਹ ਮਿਸਤਰੀ ਨੇ ਮੇਰਾ ਹੌਸਲਾ ਵਧਾਇਆ। ਗੁੜੀਆ ਵੀ ਸੀਗੀ, ਗੁੜੀਆ ਦੀ ਵੀ ਸ਼ਾਦੀ ਕਰਨੀ ਸੀਗੀ, ਇਸ ਕਰਕੇ ਵੀ ਇਸ ਕੰਮ ਦੇ ਵਿੱਚ ਹੌਲੇ ਹੌਲੇ ਮੈਂ ਠੇਕੇਦਾਰੀ ਦੇ ਵਿੱਚ ਪੈ ਗਏ। ਅੱਜ ਵਧੀਆ ਕੰਮ ਚੱਲੀ ਜਾਂਦੇ, 3 ਕੰਮ ਚੱਲੀ ਜਾਂਦੇ ਆ। ਜ਼ਰੂਰ ਹੈ ਵੀ ਆਪਦਾ ਕੰਮ ਕਰਦੇ ਆ, ਤਕਲੀਫਾਂ ਆਉਂਦੀਆਂ, ਸਭ ਕੁਝ ਆਉਂਦੀਆਂ, ਲੇਕਿਨ ਤਕਲੀਫਾਂ ਨਾਲ ਹੀ ਸਭ ਕੁਝ ਅੱਗੇ ਜਾ ਕੇ ਬੰਦਾ ਹੌਸਲਾ ਬਣਦਾ ਤੇ ਆਪਦਾ ਕਾਮਯਾਬੀ ਮਿਲਦੀ। ਅੱਜ ਹਾਲਾਤ ਵਧੀਆ, ਬੇਟੀ ਦੀ ਵੀ ਸ਼ਾਦੀ ਕਰਦੀ, ਬੇਟਾ ITI ਕਰਕੇ ਉਹ ਵੀ ਪ੍ਰਾਈਵੇਟ ਕਿਧਰੇ ਜੋਬ ਕਰ ਰਿਹਾ। ਜੇ ਆਪਾਂ ਚੰਗਾ ਕੰਮ ਕਰਾਂਗੇ ਤਾਂ ਆਪਣੀ ਚੰਗੀ ਇੱਜ਼ਤ ਬਣੂਗੀ। ਵੀ ਔਰਤਾਂ ਦੇ ਨਾਂ ਤੇ ਕਲੰਕ ਨਾ ਲਾਓ, ਵੀ ਤੁਸੀਂ ਬਾਹਰ ਨਿਕਲ ਕੇ ਆਪਦਾ ਖੁਦ ਦਾ ਕੰਮ ਕਰੋ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ। 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਣਾ ਹੈ ਤੇ ਇਸ 8 ਮਾਰਚ ਨੂੰ ਮਨਾਏ ਜਾਣ ਵਾਲੇ ਮਹਿਲਾ ਦਿਵਸ ਦੇ ਮੌਕੇ ਤੇ ਔਨ 에ਅਰ ਦੀ ਟੀਮ ਦੇ ਵੱਲੋਂ ਕੁਝ ਉਸ ਮਹਿਲਾਵਾਂ ਨੂੰ ਤੁਹਾਡੇ ਤੱਕ ਰੂਬਰੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਮਹਿਲਾਵਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਪੜਾਵਾਂ ਦੇ ਵਿੱਚੋਂ ਗੁਜ਼ਰਦਿਆਂ ਕੁਝ ਐਸੇ ਮੁਕਾਮ ਹਾਸਲ ਕੀਤੇ ਨੇ ਜਿਸ ਨੂੰ ਦੁਨੀਆ ਸਲਾਮ ਕਰਦੀ ਹੈ। ਤੇ ਇਸ ਨੂੰ ਲੈ ਕੇ ਅਸੀਂ ਬਠਿੰਡਾ ਦੇ ਮੁਲਤਾਨੀਆ ਪਿੰਡ ਦੀ ਰਹਿਣ ਵਾਲੀ ਇੱਕ ਕ੍ਰਿਸ਼ਨਾ ਦੇਵੀ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ, ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਦੁੱਖ ਦੇ ਪੜਾਅ ਵੇਖੇ, ਜਿਸ ਤੋਂ ਬਾਅਦ ਅੱਜ ਉਹ ਮਿਸਤਰੀ ਦੇ ਨਾਲ ਨਾਲ ਹੁਣ ਉਹ ਕੰਟਰੈਕਟਰ ਬਣ ਚੁੱਕੀ ਹੈ। ਹਾਲਾਂਕਿ ਪੜ੍ਹੇ ਲਿਖੇ ਨਹੀਂ ਆ, ਪਰ ਉਹ ਕੰਮ ਜਿਹੜਾ ਕਰਦੇ ਨੇ ਉਹਨਾਂ ਦੇ ਲਈ ਪੜ੍ਹਾਈ ਲਿਖਾਈ ਲਾਜ਼ਮੀ ਹੈ ਤੇ ਉਹ ਕੰਟਰੈਕਟਰ ਦਾ ਕੰਮ ਕਰਦੇ ਨੇ, ਬਿਲਡਿੰਗ ਉਸਾਰੀ ਦਾ ਕੰਮ ਕਰਦੇ ਨੇ, ਬਿਲਡਿੰਗ ਕੰਟਰੈਕਟਰ ਨੇ ਤੇ ਖੁਦ ਮਿਸਤਰੀ ਦਾ ਕੰਮ ਵੀ ਕਰਦੇ ਨੇ। ਤੇ ਅੱਜ ਜਿਹੜੇ ਪੜਾਵਾਂ ਦੇ ਵਿੱਚੋਂ ਗੁਜ਼ਰ ਕੇ ਉਸ ਰਾਜ ਮਿਸਤਰੀ ਦਾ ਕੰਮ ਉਹਨਾਂ ਨੂੰ ਕਰਨਾ ਪਿਆ, ਕਿਉਂ ਕਰਨਾ ਪਿਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਹੁਣ ਕਿੱਦਾਂ ਦਾ ਇਹਨਾਂ ਦਾ ਲਾਈਫ ਸਟਾਈਲ ਬਣ ਚੁੱਕਿਆ ਹੈ। ਕ੍ਰਿਸ਼ਨਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਔਨ 에ਅਰ ਦੀ ਟੀਮ ਵੱਲੋਂ ਮਹਿਲਾ ਦਿਵਸ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ ਤੁਹਾਡਾ ਬਹੁਤ। ਬਿਲਕੁਲ। ਤੇ ਜਿਹੜਾ ਅੱਜ ਤੁਹਾਡੇ ਵੱਲੋਂ ਕੀਤਾ ਅਪਣਾਇਆ ਗਿਆ, ਕਿਹੜੀਆਂ ਇਹ ਜਿਹੀਆਂ ਮਜਬੂਰੀਆਂ ਸੀ ਕਿ ਤੁਸੀਂ ਰਾਜ ਮਿਸਤਰੀ ਦੇ ਕੀਤੇ ਦੇ ਵਿੱਚ ਆ ਗਏ? ਸਰ ਜੀ ਆਏ ਹੈ ਵੀ ਹਾਲਾਤ ਜੇ ਘਰ ਦੇ ਗਰੀਬੀ ਦੇ ਕਰਕੇ ਬਹੁਤ ਹਾਲਾਤ ਮਾੜੇ ਸੀਗੇ। ਪਿੰਡਾਂ ਵਿੱਚ ਮਤਲਬ ਵੀ ਕੰਮ ਕਰਦੇ ਸੀਗੇ, ਕੋਈ ਕੁਝ ਵੀ ਨਹੀਂ ਬਣਦਾ ਸੀਗਾ, ਵੀ ਇੱਕ ਥਾਂ ਮਤਲਬ ਕਿਰਾਏ ਤੇ ਰਹਿੰਦੇ ਹੁੰਦੇ ਸੀਗੇ। ਕਈ ਹਾਲਾਤ ਇਹ ਜਿਹੇ ਹੁੰਦੇ ਸੀਗੇ ਵੀ ਟਾਈਮ ਦੀ ਕਈ ਜੋ ਆਪਦੀ ਰੋਟੀ ਦੇ ਵੀ ਬਹੁਤ ਔਖਾ ਹੋ ਜਾਂਦਾ ਸੀਗਾ। ਵੀ ਇਸ ਨੂੰ ਮਤਲਬ ਵੀ ਸੋਚਿਆ ਵੀ ਜਵਾਕ ਵੀ ਪੜਾਉਣੇ ਆ, ਪਿੰਡਾਂ ਵਿੱਚ ਜਾ ਕੇ ਵੀ ਕੰਮ ਕਰਕੇ ਕੁਝ ਵੀ ਨਹੀਂ ਬਣਦਾ। ਇਸ ਦੇ ਵਿੱਚ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਬੇਟੀ ਹੈਗੀ ਹੈ, ਬੇਟਾ ਹੈਗਾ ਬਸ। ਹਸਬੈਂਡ ਕੀ ਕਰਦੇ ਨੇ? ਉਹ ਜੀ ਸਾਡੇ ਨਾਲ ਨਹੀਂ ਰਹਿੰਦੇ, ਉਹ ਆਪਦੇ ਅੱਡ ਰਹਿੰਦੇ ਹੈਗੇ, ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾਤ ਨਹੀਂ। ਕੀ ਹੋਇਆ ਇਹ ਜੀ ਹਾਲਾਤ ਬਣੇਗੀ? ਉਹਦੇ ਹਾਲਾਤ ਜੀ ਬਸ ਇਹ ਜਿਹੇ ਵੀ ਜਿਵੇਂ ਨਸ਼ੇ ਹੋ ਗਏ, ਜੂਆ ਹੋ ਗਿਆ, ਸੱਟਾ ਹੋ ਗਿਆ, ਬਸ ਇਹ ਜੀ ਹਾਲਾਤ ਦੇ ਕਰਕੇ ਸਾਨੂੰ ਮਤਲਬ ਕੋਈ ਖਰਚਾ ਪਾਣੀ ਕੁਛ ਵੀ ਨਹੀਂ ਦਿੰਦੇ। ਮੈਂ ਤਾਂ ਆਪਦਾ ਖੁਦ ਕਰਦੇ ਆ, ਖੁਦ ਕਮਾਉਂਦੇ ਆ, ਆਪਦੇ ਬੱਚੇ ਵੀ ਖੁਦ ਨੇ ਪੜ੍ਹਾਏ ਆ, ਗੁੜੀਆ ਦੀ ਸ਼ਾਦੀ ਵੀ ਖੁਦ ਨੇ ਕਰੀ ਹੈ। ਕਿੰਨੇ ਸਾਲ ਹੋ ਗਏ ਤੁਹਾਡੇ ਨਾਲ ਅੱਡ ਹੋਏ ਨੇ? ਉਹਨਾਂ ਨੂੰ ਤਾਂ ਹੋ ਗਏ ਜੀ 10-12 ਸਾਲ ਹੋ ਗਏ, 12-13 ਸਾਲ ਹੋ ਗਏ ਮਤਲਬ। ਤੇ ਤੁਸੀਂ ਇਸ ਕੀਤੇ ਦੇ ਵਿੱਚ ਜਦੋਂ ਮਿਸਤਰੀ ਬਣਨ ਤੋਂ ਪਹਿਲਾਂ ਦਿਹਾੜੀ ਵੀ ਕਰਦੇ ਰਹੇ ਹੋਗੇ, ਕਿੰਨਾ ਸਮਾਂ ਬੀਤ ਗਿਆ ਉਸ ਗੱਲ? ਦਿਹਾੜੀ ਜੀ ਘੱਟੋ ਘੱਟ ਉਹ ਸਾਲ ਮਤਲਬ ਸਾਲ 1.5 ਸਾਲ ਤੱਕ ਦਿਹਾੜੀ ਕੀਤੀ ਹੈਗੀ ਹੈ ਮਿਸਤਰੀਆਂ ਨਾਲ ਜਾ ਕੇ। ਮਤਲਬ ਜਦੋਂ ਦਿਹਾੜੀ ਮਿਸਤਰੀਆਂ ਨਾਲ ਜਾਂਦੇ ਸੀਗੇ ਉਦੋਂ ਐਂ ਵੀ ਨਹੀਂ ਪਤਾ ਸੀਗਾ ਵੀ ਗਰਮਾਲਾ ਕੀ ਹੁੰਦਾ, ਕਰੰਡੀ ਕੀ ਹੁੰਦੀ ਹੈ। ਮਤਲਬ ਪਿੰਡ ਦੀ ਜਿਵੇਂ ਲੇਡੀਜ਼ ਸੀਗੇ ਉਹ ਜਾਂਦੀਆਂ ਹੁੰਦੀਆਂ ਸੀਗੀਆਂ, ਉਹ ਕਹਿਣ ਲੱਗੀ ਵੀ ਤੂੰ ਸਾਡੇ ਨਾਲ ਜਾਣਾ ਕੰਮ ਤੇ। ਮੈਂ ਕਿਹਾ ਵੀ ਮੈਂ ਤਾਂ ਇਸ ਕੰਮ ਦੇ ਵਿੱਚ ਕਦੇ ਗਈ ਨਹੀਂ, ਆਈ ਨਹੀਂ, ਮੈਨੂੰ ਪਤਾ ਹੀ ਨਹੀਂ। ਤੇ ਉਹ ਕਹਿੰਦੀ ਕੋਈ ਨਹੀਂ ਤੂੰ ਸਾਡੇ ਨਾਲ ਤਾਂ ਚੱਲ, ਵੀ ਤੈਨੂੰ ਅਸੀਂ ਸਿਖਾਵਾਂਗੇ, ਦੱਸ ਦਾਂਗੇ। ਫਿਰ ਇੱਕ ਵਾਰ ਤਾਂ ਮੈਂ ਕੰਮ ਤੇ ਗਈ ਮਿਸਤਰੀ ਦੇ, ਮੈਨੂੰ ਬਹੁਤ ਲੱਗਿਆ ਔਖਾ ਵੀ ਮੈਂ ਕੀ ਪਤਾ ਨਹੀਂ ਮਿਸਤਰੀ ਕੀ ਮੰਗੂਗਾ, ਵੀ ਮੈਂ ਕੀ ਦੇਵਾਂਗੀ, ਕਿਵੇਂ ਕਰੂੰਗੀ, ਕਿਵੇਂ ਨਹੀਂ। ਮੈਂ ਐਂ ਕਰਦੇ ਕਰਦੇ ਵੀ ਥੋੜਾ ਥੋੜਾ ਹਰ ਚੀਜ਼ ਦਾ ਨੌਲੇਜ ਆ ਗਈ ਕੰਮ ਕਰਦੇ ਕਰਦੇ। ਫਿਰ ਐਂ ਹੁਣ ਆਏ ਕਰਦੇ ਕਰਦੇ ਨੌਲੇਜ ਆ ਗਈ, ਦਿਹਾੜੀ ਕੀਤੀ ਕਈ ਦਿਨ। ਫਿਰ ਐਂ ਸੋਚਿਆ ਵੀ ਦਿਹਾੜੀ ਨਾਲ ਵੀ ਨਹੀਂ ਕੋਈ ਟਾਈਮ ਪਾਸ ਹੁੰਦਾ। ਜਿਵੇਂ ਮਤਲਬ ਇੱਕ ਮਿਸਤਰੀ ਸੀਗਾ ਸਾਡਾ, ਉਹਦਾ ਵੀ ਅੱਜ ਮੈਂ ਬਹੁਤ ਧੰਨਵਾਦ ਕਰਦੀ ਹਾਂ, ਜਿਹਨੇ ਮੈਨੂੰ ਕਰੰਡੀ ਚਕਾਈ ਸੀਗੀ। ਤੇ ਕਰੰਡੀ ਚੱਕੀ ਸੀਗੀ, ਕੀ ਖਿਆਲ ਆਇਆ ਸੀਗਾ ਕਿ ਵੀ ਜਿੱਦਾਂ ਹੁਣ ਤੁਹਾਨੂੰ ਲੱਗਦਾ ਹੌਸਲਾ ਆ ਗਿਆ ਸੀਗਾ ਕਿ ਮੈਂ ਕਰੰਡੀ ਚੱਕ ਲਈ, ਮੈਂ ਇੱਕ ਮਿਸਤਰੀ ਦਾ ਕੰਮ ਕਰ ਰਹੀ ਹਾਂ? ਹੁਣ
ਪਹਿਲੀ ਵਾਰ ਤਾਂ ਐਂ ਲੱਗਿਆ ਸੀਗਾ ਵੀ ਮੈਂ ਕਰ ਸਕੂੰਗੀ ਕਿ ਨਹੀਂ, ਲੇਕਿਨ ਉਹ ਮਿਸਤਰੀ ਨੇ ਮੇਰਾ ਹੌਸਲਾ ਵਧਾਇਆ ਵੀ ਤੂੰ ਕਿਉਂ ਨਹੀਂ ਕਰ ਸਕਦੀ। ਕਹਿੰਦਾ ਵੀ ਤੂੰ ਇੱਕ ਵਾਰ ਤੂੰ ਲਾ ਦੇ ਜਿਵੇਂ ਤੈਨੂੰ ਲੱਗੀ ਹੈ, ਬਾਕੀ ਮੈਂ ਆਪੇ ਸੰਭਾਲ ਲੂੰਗਾ। ਮੈਂ ਕਿਹਾ ਵੀਰੇ ਮੈਂ ਤਾਂ ਕਦੇ ਕਰੰਡੀ ਨਹੀਂ ਚੱਕੀ, ਮੈਂ ਲਾਉਂਗਾ ਕਿਵੇਂ। ਕਹਿੰਦਾ ਜਦੋਂ ਮੈਂ ਆਏਗਾ ਮੈਂ ਤੂੰ ਕਿਉਂ ਟੈਨਸ਼ਨ ਲੈਂਦੀ ਆ। ਮੈਂ ਕਿਹਾ ਜੇ ਤੂੰ ਵੀ ਤੜਕੇ ਨੂੰ ਕੋਈ ਖਰਾਬ ਹੋ ਗਿਆ ਮੁੜ ਕੇ ਤੂੰ ਕਹਿੰਦੀ ਵੀ ਦਿਹਾੜੀ ਕੱਟੂਗਾ, ਉਹ ਗੱਲ ਹੋਈ। ਫਿਰ ਕਹਿੰਦਾ ਮੈਂ ਕੁਛ ਨਹੀਂ ਕੱਟਦਾ, ਮੈਂ ਰੋਟੀ ਖਾ ਕੇ ਆਉਣਾ, ਤੂੰ ਇਹਨੂੰ ਲੱਗੀ ਹੋਣੀ ਚਾਹੀਦੀ ਹੈ ਝੱਟ। ਮੈਂ ਕਿਹਾ ਵੀ ਚੱਲ ਠੀਕ ਹੈ, ਮੈਂ ਜਿਉਂ ਲੱਗੀ। ਲੇਕਿਨ ਹੁੰਦੀ ਸੁੰਦੀ ਇੱਕ ਵਾਰ ਤਾਂ ਲਾਤੀ, ਮੁੜ ਕੇ ਉਵੇਂ ਕਰਕੇ ਬਸ ਹੌਲੇ ਹੌਲੇ ਬਸ ਸਿੱਖ ਗਏ। ਮੁੜ ਕੇ ਬਸ ਐਂ ਹੈ ਵੀ ਆ ਭੈਣ ਭਰਾ ਦੇ ਨਾਲ ਹੈਗੇ ਆ ਵੀ ਇਹਨਾਂ ਨੂੰ ਮੈਂ ਕਿਹਾ ਵੀ ਚੱਲ ਵੀ ਆਪਦਾ ਕੰਮ ਚਲਾਉਨੇ ਆਪਾਂ। ਤੇ ਇਹ ਕਹਿਣ ਲੱਗ ਗਿਆ ਵੀ ਚਲੋ ਠੀਕ ਹੈ। ਤੇ ਹੁਣ ਆ ਮੁੰਡਾ ਹੈਗਾ ਮੇਰੇ ਨਾਲ ਜਿਹੜਾ ਮੇਰਾ ਨਾਲ ਪਾਰਟਨਰ। ਜਦੋਂ ਪਹਿਲੀ ਵਾਰ ਕੰਮ ਕੀਤਾ ਸੀਗਾ ਠੀਕ ਹੋ ਗਿਆ ਸੀਗਾ ਉਹ ਕੰਮ ਉਹ ਤਾਂ ਠੀਕ ਹੈ, ਲੇਕਿਨ ਕਈ ਵਾਰ ਪੂਰਾ ਸਹੀ ਵੀ ਨਹੀਂ ਹੋਇਆ ਸੀਗਾ। ਕਈ ਵਾਰ ਕੋਈ ਵੀ ਕੰਮ ਕਰਾਂਗੇ ਜਦ ਕਈ ਵਾਰ ਕਰਾਂਗੇ ਤਾਂ ਹੀ ਕੋਈ ਗਲਤੀਆਂ ਹੋਊਗੀ, ਜੇ ਆਪਾਂ ਕਰਾਂਗੇ ਨਾ ਤਾਂ ਉਹ ਗਲਤੀਆਂ ਕਿਵੇਂ ਹੋਊਗੀ ਹੈ। ਅੱਛਾ ਪੜ੍ਹਾਈ ਲਿਖਾਈ ਕਿੰਨੀ ਆ ਤੁਹਾਡੇ? ਅਨਪੜ੍ਹ ਹੈਗੀ ਹੈ ਜੀ, ਮੈਂ ਕੋਈ ਪੜ੍ਹੀ ਲਿਖੀ ਨਹੀਂ ਹੈਗੀ। ਬਸ ਹੌਸਲਾ ਸੀਗਾ ਕਿ ਹੌਸਲੇ ਦੇ ਨਾਲ ਤੁਸੀਂ ਤੁਰੇ? ਹਾਂਜੀ ਬਸ ਹੌਸਲਾ ਵੀ ਸੀਗਾ, ਲੇਕਿਨ ਘਰ ਦੇ ਹਾਲਾਤ ਵੀ ਸੀਗੇ ਵੀ ਜੇ ਨਾ ਕੰਮ ਕਰਾਂਗੇ ਤੇ ਵੀ ਬੱਚੇ ਕਿਵੇਂ ਪਾਲਾਂਗੇ ਤੇ ਕਿਵੇਂ ਕਬੀਲਦਾਰੀ ਚਲਾਊਂਗਾ। ਹੁਣ ਗੁੜੀਆ ਵੀ ਸੀਗੀ, ਗੁੜੀਆ ਦੀ ਵੀ ਸ਼ਾਦੀ ਕਰਨੀ ਸੀਗੀ, ਇਸ ਕਰਕੇ ਵੀ ਇਸ ਕੰਮ ਦੇ ਵਿੱਚ ਹੌਲੇ ਹੌਲੇ ਮੈਂ ਠੇਕੇਦਾਰੀ ਦੇ ਵਿੱਚ ਪੈ ਗਏ। ਅੱਜ ਵਧੀਆ ਕੰਮ ਚੱਲੀ ਜਾਂਦੇ ਆ, 3 ਕੰਮ ਚੱਲੀ ਜਾਂਦੇ ਆ, ਵਧੀਆ ਟੀਮ ਜੁੜੀ ਹੈਗੀ, ਸਾਰੇ ਭੈਣ ਭਰਾ ਪੂਰੇ ਕਿੰਨੇ ਮੁਲਾਜ਼ਮ ਤੁਹਾਡੇ ਕੋਲੇ ਹੁਣ? ਕਿੰਨੇ ਮਜ਼ਦੂਰ ਕੰਮ ਕਰਦੇ ਨੇ ਹੁਣ? 4 ਤਾਂ ਮਿਸਤਰੀ ਹੈਗੇ ਆ ਤੇ 5-6 ਮਜ਼ਦੂਰ ਲੱਗੇ ਹੈਗੇ ਆ, ਮਤਲਬ 3 ਤਾਂ ਕੰਮ ਚੱਲ ਰਿਹਾ ਆਪਣਾ, ਮਤਲਬ 10-12 ਟੀਮ ਜੁੜੀ ਹੈਗੀ ਹੈ ਨਾਲ। 10-12 ਬੰਦਿਆਂ ਨੂੰ ਤੁਸੀਂ ਹੁਣ ਰੋਜ਼ਗਾਰ ਵੀ ਦਿੱਤਾ ਹੋਇਆਗਾ ਤੇ ਆਪ ਵੀ ਨਾਲ ਤੁਸੀਂ ਇਹ ਕੀਤਾ ਕਰ ਰਹੇ? ਹਾਂਜੀ ਆਪ ਮੈਂ ਖੁਦ ਕੰਮ ਕਰਦੀ ਆ, ਕਿਉਂਕਿ ਮੈਂ ਕਹਿੰਦੀ ਆ ਵੀ ਖੁਦ ਕੰਮ ਕਰ ਰਹੂਗਾ ਬੰਦਾ ਉਹ ਵਧੀਆ ਰਹਿੰਦਾ। ਲੇਕਿਨ ਐਂ ਨਹੀਂ ਹੈਗਾ ਵੀ ਮੈਂ ਅੱਜ ਵੀ ਠੇਕੇਦਾਰ ਨਹੀਂ ਬਣ ਗਈ ਵੀ ਮੈਂ ਇਹ ਕੰਮ ਨਾ ਕਰਾਣਾ। ਮੈਂ ਉਹ ਵੀ ਜਿਵੇਂ ਪਹਿਲਾਂ ਕੰਮ ਕਰਦੀ ਸੀ, ਮੈਂ ਕੰਮ ਵੀ ਅੱਜ ਉਵੇਂ ਕਰਦੀ ਇਹਨਾਂ ਨਾਲ। ਤਾਂ ਇਹਨਾਂ ਨਾਲ ਵੀ ਉਹ ਸਾਡਾ ਕੋਈ ਉਹ ਨਹੀਂ ਵੀ ਅਸੀਂ ਠੇਕੇਦਾਰ ਨਹੀਂ ਹੈਗੇ, ਮੈਂ ਆਪਦੇ ਮੈਂਬਰਾਂ ਵਾਂਗੂ ਰੱਖਦੇ ਆ ਇਹਨਾਂ ਨਾਲ, ਵਧੀਆ ਇਹਨਾਂ ਨਾਲ ਉਹ ਕਰਦੇ ਆ। ਸਭ ਨੂੰ ਖੁਸ਼ ਰੱਖੀਦਾ ਤੇ ਆਪ ਵੀ ਨਾਲ ਸੰਤੁਸ਼ਟ ਰਹੀਦਾ। ਵਧੀਆ ਜੀ, ਸਾਰੇ ਵੀ ਮਤਲਬ ਆਪਦੇ ਭੈਣ ਭਰਾ ਵਾਂਗੂ ਰਹੀਦਾ। ਐਂ ਕਹਿ ਦਿੰਦੇ ਵੀ ਲੇਡੀਜ਼ ਨੂੰ ਵੀ ਮਰਦਾਂ ਨਾਲ ਜਾ ਕੇ ਕਿਵੇਂ ਕੰਮ ਕਰਾਂਗੇ, ਕਿਵੇਂ ਹੋਊਗਾ ਕਿਵੇਂ ਨਹੀਂ। ਲੇਕਿਨ ਮੈਂ ਤਾਂ ਐਂ ਕਹਿੰਦੀ ਲੇਡੀਜ਼ ਨੂੰ ਵੀ ਤੁਸੀਂ ਬਾਹਰ ਜਾ ਕੇ ਨਿਕਲ ਕੇ ਦੇਖੋ। ਜੇ ਆਪਾਂ ਇੱਕ ਵਾਰ ਵੀ ਮਰਦ ਜੇ ਪਹਿਲਾਂ ਮਰਦ ਕੁਛ ਕਹਿ ਵੀ ਦੇਊਗਾ ਤਾਂ ਆਪਣੀ ਜ਼ਬਾਨ ਹੈਗੀ, ਆਪਾਂ ਅਗਲੇ ਨੂੰ ਕਹਿ ਸਕਦੇ ਹਾਂ, ਰੋਕ ਸਕਦੇ ਹਾਂ। ਇੱਕ ਵਾਰ ਕਹੂਗਾ ਦੁਬਾਰੇ ਅਗਲੇ ਦੀ ਮਜਾਲ ਨਹੀਂ ਹੈਗੀ, ਆਪਾਂ ਕੁਛ ਕਹਿ ਸਕਦਾ ਹੈ। ਇਸ ਕਰਕੇ ਵੀ ਬਾਹਰ ਨਿਕਲ ਕੇ ਮੈਂ ਤਾਂ ਔਰਤਾਂ ਨੂੰ ਐਂ ਕਹਿੰਦੀ ਬਾਹਰ ਨਿਕਲ ਕੇ ਕਿਉਂ ਤੁਸੀਂ ਇਹ ਮਜਬੂਰੀਆਂ ਵਿੱਚ ਪਈਆਂ ਹੋ, ਕਿਉਂ ਤਕਲੀਫਾਂ ਸਹਿੰਦੇ ਹੋ, ਕਿਉਂ ਲੋਕਾਂ ਦੀਆਂ ਗੁਲਾਮੀਆਂ ਕਰਦੀ ਹੋ, ਕਿਉਂ ਘਰ ਦੀਆਂ ਗੁਲਾਮੀਆਂ ਕਰਦੀ ਹੋ। ਵੀ ਬਾਹਰ ਨਿਕਲ ਕੇ ਦੇਖੋ, ਵੀ ਬਾਹਰ ਆਪਦਾ ਖੁਦ ਦਾ ਕੰਮ ਕਰੋ। ਜ਼ਰੂਰ ਹੈ ਵੀ ਆਪਦਾ ਕੰਮ ਕਰਦੇ ਆ, ਤਕਲੀਫਾਂ ਆਉਂਦੀਆਂ, ਸਭ ਕੁਝ ਆਉਂਦੀਆਂ, ਲੇਕਿਨ ਤਕਲੀਫਾਂ ਨਾਲ ਹੀ ਸਭ ਕੁਝ ਅੱਗੇ ਜਾ ਕੇ ਬੰਦਾ ਹੌਸਲਾ ਬਣਦਾ ਹੈ ਤੇ ਆਪਦਾ ਕਾਮਯਾਬੀ ਮਿਲਦੀ ਹੈ। ਇੱਕ ਵਾਰ ਤਾਂ ਤੁਹਾਨੂੰ ਲੱਗਿਆ ਹੋਣਾਗਾ ਵੀ ਮੈਂ ਇੱਕ ਔਰਤ ਆ, ਮੈਂ ਘਰੋਂ ਬਾਹਰ ਨਿਕਲੂੰਗੀ ਤਾਂ ਸ਼ਾਇਦ ਪਤਾ ਨਹੀਂ ਲੋਕ ਕੀ ਕਹਿਣਗੇ। ਉਹ ਘਰੋਂ ਬਾਹਰ ਨਿਕਲੀਆਂ ਗੱਲਾਂ ਵੀ ਬਹੁਤ ਬਣਦੀਆਂ ਸੀਗੀਆਂ। ਘਰੋਂ ਕਿਉਂ ਕਹਦੇ ਜੋ ਪਰਿਵਾਰ ਦੇ ਵੀ ਬਹੁਤ ਗੱਲਾਂ ਕਰਦੇ ਸੀਗੇ, ਪਤਾ ਨਹੀਂ ਮਿਸਤਰੀਆਂ ਨਾਲ ਕੰਮ ਕਰਦੀ ਹੈ ਕਿਵੇਂ ਨਹੀਂ। ਲੇਕਿਨ ਉਹਨਾਂ ਨੂੰ ਐਂ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋ, ਮੇਰੇ ਨਾਲ ਦੇਖੋ ਕੰਮ ਮੇਰਾ ਕਿਵੇਂ ਹੈ ਕਿਵੇਂ ਨਹੀਂ ਹੈ। ਤੇ ਜਿਹੜੇ ਪਿੰਡ ਦੇ ਹੈਗੇ ਆ ਉਹ ਵੀ ਕਹਿੰਦੇ ਵੀ ਅੱਧੀ ਰਾਤ ਤੱਕ ਕੰਮ ਤੋਂ ਆਉਂਦੀ ਹੈ, ਵੀ ਇਹ ਜਾਂ ਕੀ ਕੰਮ ਹੈ। ਲੇਕਿਨ ਉਹਨਾਂ ਨੂੰ ਵੀ ਨਾਲ ਮੇਰੇ ਆ ਕੇ ਮੇਰੇ ਪਿੰਡ ਦੇ ਬਹੁਤ ਮੇਰੇ ਨਾਲ ਆਉਂਦੇ ਆ, ਕੰਮ ਕਰਦੇ ਆ। ਪਹਿਲਾਂ ਕੀ ਹਾਲਾਤ ਸੀਗੇ ਜਦੋਂ ਇਹ ਕੰਮ ਸ਼ੁਰੂ ਨਹੀਂ ਕੀਤਾ ਸੀਗਾ ਤੇ ਹੁਣ ਕੀ ਹਾਲਾਤ? ਪਹਿਲਾਂ ਹਾਲਾਤ ਤਾਂ ਇਹ ਜਿਹੇ ਸੀਗੇ ਕਿ ਟਾਈਮ ਦਾ ਕਿਰਾਇਆ ਵੀ ਨਹੀਂ ਦੇ ਸਕਦੀ ਸੀਗੀ ਮੈਂ। ਇੱਕ ਕੱਚੇ ਕਮਰੇ ਵਿੱਚ ਰਹਿੰਦੇ ਸੀਗੇ, ਉਹ ਵੀ ਮੀਂਹ ਪੈਂਦਾ ਸੀਗਾ ਤਾਂ ਰਾਤ ਨੂੰ ਵੇਹ ਕੇ ਰਾਤ ਕੱਟਦੇ ਸੀਗੇ, ਇੰਨੇ ਹਾਲਾਤ ਮਾੜੇ ਸੀਗੇ। ਤੇ ਪਿੰਡਾਂ ਵਿੱਚ ਜਾਂਦੇ ਸੀਗੇ, ਕੰਮ ਕਰਨ ਜਾਂਦੀ ਸੀਗੀ, ਮਤਲਬ ਝਾੜੂ ਪੋਚਾ ਕਰਨ ਜਾਂਦੀ ਸੀਗੀ। ਉਹ ਕੀ ਦਿੰਦੇ ਨੇ ਸਾਰਾ ਦਿਨ ਤਾਂ ਖੱਲ ਲਾ ਲੈਂਦੀਆਂ ਸੀਗੀਆਂ ਤੇ ਜਾਂਦੇ ਐਂ ਕਹਿੰਦੀ ਕਿ ਥੋੜਾ ਜਿਹਾ ਆ ਵੀ ਕਰ ਜੇ। ਤੇ ਦੂਜੇ ਦਿਨ ਕਹਿੰਦਾ ਪੈਸੇ ਵਾਲੇ ਵਕਤ ਜਾ ਕੇ 1500 ਰੁਪਇਆ ਮਸਾਂ ਮਹੀਨੇ ਦਾ ਬਣਦਾ ਸੀਗਾ। ਉਹਦੇ ਵਿੱਚ ਕੀ ਕਿਰਾਇਆ ਦਊਂਗਾ ਮੈਂ, ਕੀ ਘਰ ਬਣਾਊਂਗਾ, ਕੀ ਜਵਾਕਾਂ ਨੂੰ ਪੜ੍ਹਾਊਂਗਾ, ਕੀ ਕਰੂੰਗਾ, ਕਿਵੇਂ ਮੈਂ ਲੜਕੀ ਨੂੰ ਸ਼ਾਦੀ ਕਰੂੰਗਾ। ਇਸ ਕਰਕੇ ਮੈਂ ਉਹ ਕੰਮ ਛੱਡ ਕੇ ਮੈਂ ਇਸ ਕੰਮ ਵਿੱਚ ਪੈ ਗਈ। ਅੱਜ ਹਾਲਾਤ ਵਧੀਆ, ਬੇਟੀ ਦੀ ਵੀ ਸ਼ਾਦੀ ਕਰਦੀ, ਬੇਟਾ ITI ਕਰਕੇ ਉਹ ਵੀ ਪ੍ਰਾਈਵੇਟ ਜੋਬ ਕਰ ਰਿਹਾ। ਕਈ ਮਜਬੂਰੀਆਂ ਇਦਾਂ ਦੀ ਬਣ ਜਾਂਦੀਆਂ ਨੇ ਔਰਤਾਂ ਦੀਆਂ ਕਿ ਉਹਨਾਂ ਨੂੰ ਆਪਣੀਆਂ ਇੱਜ਼ਤਾਂ ਤੱਕ ਵੇਚਣ ਦੇ ਉੱਤੇ ਮਜਬੂਰ ਹੋ ਜਾਂਦੀਆਂ ਨੇ। ਪਰ ਇਦਾਂ ਦੇ ਹਾਲਾਤ ਜਦੋਂ ਅਸੀਂ ਤੁਹਾਨੂੰ ਵੇਖਦੇ ਹਾਂ ਤਾਂ ਸਾਨੂੰ ਬੜਾ ਮਾਣ ਹੁੰਦਾਗਾ ਕਿ ਵੀ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਜਿਹੜੇ ਇਹਦੇ ਹਾਲਾਤ ਦੇ ਵਿੱਚ ਸਰੈਂਡਰ ਕਰ ਦਿੰਦੇ ਨੇ, ਆਪਣੇ ਆਪ ਨੂੰ ਮੁਹਤਾਜ ਬਣਾ ਲੈਂਦੇ ਨੇ। ਮੈਂ ਤਾਂ ਉਹ ਔਰਤਾਂ ਨੂੰ ਕਹਿੰਦੀ ਆ ਵੀ ਆਪਦੀ ਇੱਜ਼ਤ ਨਾ ਵੇਚੋ। ਆਪਾਂ ਚਾਹੇ ਇਸ ਨੂੰ ਤਾਂ ਇਹ ਕੰਮ ਵਿੱਚ ਨਹੀਂ ਤੁਸੀਂ ਬਾਹਲਾ ਕਰ ਸਕਦੇ, ਆਪਦਾ ਜਿਵੇਂ ਮਰਜ਼ੀ ਝਾੜੂ ਪੋਚਾ ਕਰ ਲਓ, ਗੋਹਾ ਕੂੜਾ ਕਰ ਲਓ, ਬਾਹਰ ਨਿਕਲ ਕੇ ਕੋਈ ਕੰਮ ਕਰੋ। ਸ਼ਹਿਰਾਂ ਵਿੱਚ ਵੀ ਬਹੁਤ ਕੰਮ ਚੱਲੀ ਜਾਂਦਾ, ਕਰਕੇ ਦੇਖੋ। ਲੇਕਿਨ ਜਿੰਨੇ ਤੱਕ ਮੇਰਾ ਆਪਦਾ ਵੀ ਆਪਦੇ ਸਮਾਨ ਨੂੰ ਵੀ ਠੇਸ ਨਾ ਪਹੁੰਚਾਓ। ਵੀ ਇੱਜ਼ਤ ਦੀ ਰੋਟੀ ਖਾਓ, ਨਾ ਬੇਈਮਾਨੀ ਦੀ ਖਾਓ। ਇੱਜ਼ਤ ਦੀ ਰੋਟੀ ਖਾਓ ਤਾਂ ਆਪਦੀ ਇੱਜ਼ਤ ਕਿਸੇ ਨੂੰ ਨਾ। ਇੱਕ ਦੀ ਅਹਿਮ ਗੱਲ ਇਹ ਹੈ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ
ਤੁਹਾਡੇ ਇਸ ਕੀਤੇ ਕਰਨ ਤੋਂ ਬਾਅਦ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਕਈ ਥਾਵਾਂ ਦੇ ਵਿੱਚ। ਹਾਂਜੀ, ਮੈਨੂੰ ਸਨਮਾਨਿਤ ਮਤਲਬ ਸਰਕਾਰ ਦੇ ਤਰਫੋਂ ਤਾਂ ਮੈਨੂੰ ਕਿਸੇ ਨੇ ਸਨਮਾਨਿਤ ਨਹੀਂ ਕੀਤਾ, ਲੇਕਿਨ ਮੈਨੂੰ ਹੁਣ ਮਤਲਬ ਵੀ ਕੱਲ ਨੂੰ 8 ਤਰੀਕ ਹੈਗੀ ਹੈ, ਕੱਲ ਨੂੰ ਮੈਨੂੰ ਬੁਲਾਇਆ ਹੈਗਾ ਡੀਸੀ ਦਫ਼ਤਰ, ਵੀ ਉੱਥੇ ਉਹਨਾਂ ਨੇ ਕਿਹਾ ਹੈਗਾ ਵੀ ਤੁਹਾਨੂੰ ਸਨਮਾਨਿਤ ਕਰਾਂਗੇ। ਇੱਕ ਵਾਰ ਧੂਰੀ ਡੀਐਸਪੀ ਨੇ ਉਹਨਾਂ ਨੂੰ ਮੈਨੂੰ ਸਨਮਾਨਿਤ ਕੀਤਾ ਸੀਗਾ ਆਪਣੇ ਲੋਹੜੀ ਤੇ। ਉਹਨਾਂ ਨੂੰ ਧੂਰੀ ਦਾ ਕਿਉਂ ਸਨਮਾਨਿਤ ਕੀਤਾ ਗਿਆ, ਤੁਹਾਨੂੰ ਬਠਿੰਡਾ ਵਾਲੇ ਨੇ ਨਹੀਂ ਕੀਤਾ? ਉਹ ਬਠਿੰਡਾ ਨੇ, ਉਹਨਾਂ ਨੂੰ ਪਤਾ ਜੀ ਮਤਲਬ ਤੁਹਾਡੇ ਹੁਣ ਤੁਸੀਂ ਹੈਗੇ ਹੋ, ਜਿਵੇਂ ਮੀਡੀਆ ਵਾਲੇ ਆਉਂਦੇ ਮੇਰੇ ਲੈ ਕੇ ਜਾਂਦੇ ਇੰਟਰਵਿਊ, ਮਤਲਬ ਉਹਨਾਂ ਨੂੰ ਕਿੱਥੋਂ ਸੁਨੇਹਾ ਮਿਲ ਗਿਆ, ਮੇਰਾ ਨੰਬਰ ਮਿਲ ਗਿਆ, ਉਹ ਕਹਿੰਦੇ ਵੀ ਸਾਨੂੰ ਬਹੁਤ ਵਧੀਆ ਵੀ ਇਹ ਜਿਹੜੀਆਂ ਔਰਤਾਂ ਹੈਗੀਆਂ ਜਿਹੜੀ ਖੁਦ ਦਾ ਕੰਮ ਕਰਦੀ ਹੈ, ਅਸੀਂ ਉਹਨਾਂ ਦਾ ਹੀ ਸਨਮਾਨਿਤ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਜ਼ਰੂਰ ਆਓ ਸਾਡੇ ਵਾਸਤੇ ਟਾਈਮ ਕੱਢ ਕੇ। ਤੇ ਉਹਨਾਂ ਨੂੰ ਮੈਨੂੰ ਵਧੀਆ ਸਨਮਾਨਿਤ ਵੀ ਕੀਤਾ, ਆਉਣ ਜਾਣ ਦਾ ਮੇਰਾ ਵੀ ਕਿਰਾਇਆ ਵੀ ਦਿੱਤਾ ਉਹਨਾਂ ਨੇ, ਆਪਾਂ ਇਹ ਨਹੀਂ ਕਿਤੇ ਵਧੀਆ ਸਨਮਾਨਿਤ ਕੀਤਾ। ਮਾਣ ਮਹਿਸੂਸ ਹੁੰਦਾ ਆਪਣੇ ਕੀਤੇ ਦੇ ਨਾਲ ਸਾਰਾ ਸਮਾਜ ਦੇ ਵਿੱਚ ਵੀ? ਹਾਂਜੀ, ਬਹੁਤ ਮਾਣ ਮਹਿਸੂਸ ਹੁੰਦਾ ਹੈ। ਤਾਂ ਹੀ ਮੈਂ ਹੋਰ ਔਰਤਾਂ ਨੂੰ ਐਂ ਕਹਿਣਾ ਚਾਹੁੰਦੀ ਹਾਂ ਵੀ ਜੇ ਆਪਾਂ ਕੁਝ ਚੰਗਾ ਕੰਮ ਕਰਾਂਗੇ ਤੇ ਇਸ ਲਈ ਆਪਾਂ ਨੂੰ ਸਨਮਾਨਿਤ ਵੀ ਕੀਤਾ ਜਾਊਗਾ, ਜੇ ਆਪਾਂ ਗਲਤ ਕੰਮ ਕਰਾਂਗੇ ਤੇ ਆਪਣੀ ਇੱਜ਼ਤ ਥਾਂ ਵਿਕੂਗੀ ਤੇ ਆਪਣੀ ਇੱਜ਼ਤ ਨਹੀਂ ਬਣੂਗੀ। ਜੇ ਆਪਾਂ ਚੰਗਾ ਕੰਮ ਕਰਾਂਗੇ ਤਾਂ ਆਪਣੀ ਚੰਗੀ ਇੱਜ਼ਤ ਬਣੂਗੀ। ਵੀ ਔਰਤਾਂ ਦੇ ਨਾਂ ਤੇ ਕਲੰਕ ਨਾ ਲਾਓ, ਵੀ ਤੁਸੀਂ ਬਾਹਰ ਨਿਕਲ ਕੇ ਆਪਦਾ ਖੁਦ ਦਾ ਕੰਮ ਕਰੋ, ਵੀ ਇਹ ਹੈ ਵੀ ਆਪਣੇ ਅੱਜ ਇੱਥੇ ਗੁਲਾਮੀ ਕਰੋ, ਉੱਥੇ ਇੱਜ਼ਤ ਦੀ ਗੁਲਾਮੀ ਕਰੋ, ਉਹ ਗੁਲਾਮੀ ਨਾ ਕਰੋ। ਬਹੁਤ ਬਹੁਤ ਧੰਨਵਾਦ ਕ੍ਰਿਸ਼ਨਾ ਜੀ। ਦੇਖੋ ਵੱਡੀ ਗੱਲ ਇਹ ਆ ਜੇ ਕਿ ਹੁਣ ਕ੍ਰਿਸ਼ਨਾ ਦੇਵੀ ਦੀ, ਜੋ ਕਿ ਹੁਣ ਪਿੰਡਾਂ ਦੇ ਮੁਲਤਾਨੀਆ ਪਿੰਡ ਦੀ ਰਹਿਣ ਵਾਲੀ ਸੀ, ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ, ਪਰ ਉਸ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਮੁਕਾਮ ਤੱਕ ਪਹੁੰਚ ਕੇ ਆਪਣੇ ਕੀਤੇ ਨੂੰ ਅਪਣਾਇਆ, ਆਪਣੀ ਹੱਥੀਂ ਕਿਰਤ ਨੂੰ ਅਪਣਾਇਆ ਤੇ ਅੱਜ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਤੇ ਨਾਲ ਹੋਰ ਕਈ ਲੋਕਾਂ ਨੂੰ ਵੀ ਰੁਜ਼ਗਾਰ ਦੇ ਰਹੇ ਨੇ, ਕਈ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਰਹੇ ਨੇ। ਤੇ ਇਹਨਾਂ ਦੀ ਸੋਚ ਤੁਸੀਂ ਸੁਣੀ, ਇਹ ਉਹਨਾਂ ਦਾ ਹੌਸਲਾ ਹੈ ਜਿਸ ਨੂੰ ਅਸੀਂ ਸਲਾਮ ਕਰਦੇ ਹਾਂ। ਕੈਮਰਾ ਪਰਸਨ ਰਾਜੇਸ਼ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਠਿੰਡਾ।